ਸਤਿ ਸ੍ਰੀ ਅਕਾਲ। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਨਜ਼ਾਬਤ ਦੀ ਵਾਰ ਨਾਦਰ ਸ਼ਾਹ ਦੇ ਕਾਵਿ ਨਾਦਰ ਸ਼ਾਹ ਦੀ ਚੜ੍ਹਾਈ ਸਿਰਲੇਖ ਹੇਠ ਜੋ ਦਰਜ ਹੈ ਦੇ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਸ ਕਾਵਿ ਵਿੱਚ ਨਜ਼ਾਬਤ ਨੇ ਨਾਦਰ ਸ਼ਾਹ ਜੋ ਈਰਾਨ ਦਾ ਬਾਦਸ਼ਾਹ ਸੀ, ਜਦੋਂ ਉਸਨੇ ਆਪਣੀ ਰਾਜਗੱਦੀ ਸੰਭਾਲੀ ਤਾਂ ਉਸ ਵੇਲੇ ਉਸਦੀ ਕਿਹੋ ਜਿਹੀ ਮਨੋਸਥਿਤੀ ਸੀ ਉਸਨੂੰ ਬਿਆਨ ਕੀਤਾ ਹੈ। ਕਵੀ ਕਹਿ ਰਿਹਾ ਹੈ ਕਿ ਚੜ੍ਹ ਤਖਤ 'ਤੇ ਬੈਠਾ ਨਾਦਰ ਸ਼ਾਹ ਰਾਜ ਸਿੱਕੇ ਚੱਲੇ। ਕਿ ਜਦੋਂ ਈਰਾਨ ਦੇ ਤਖਤ 'ਤੇ ਭਾਵ ਰਾਜਗੱਦੀ 'ਤੇ ਨਾਦਰ ਸ਼ਾਹ ਦੀ ਬਾਦਸ਼ਾਹਤ ਕਾਇਮ ਹੋਈ, ਉਸ ਦੇ ਨਾਮ ਦੇ ਸਿੱਕੇ ਚੱਲੇ, ਭਾਵ ਕਰੰਸੀ ਉਸ ਵੇਲੇ ਉਸ ਦੇ ਨਾਮ ਦੀ ਚੱਲੀ। ਦੂਸਰੇ ਪਾਸੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਵੇਲੇ ਰਾਜ ਸਿੱਕੇ ਚੱਲਣ ਤੋਂ ਭਾਵ ਉਸ ਦੀ ਚਾਰ ਚੁਫੇਰੇ ਦੇ ਸਮਾਜ ਦੇ ਵਿੱਚ, ਚਾਰ ਚੁਫੇਰੇ ਦੇ ਮੁਲਕਾਂ ਦੇ ਵਿੱਚ ਪ੍ਰਸਿੱਧੀ ਜਾਂ ਤੂਤੀ ਬੋਲ ਗਈ। ਕਿਉਂ? ਉਹਨੂੰ ਨੀਵੀਆਂ ਸਭ ਵਲਾਇਤਾਂ ਕੋਈ ਢੰਗ ਨਾ ਚੱਲੇ। ਕਿਉਂ ਉਹਦੀ ਇੰਨੀ ਪ੍ਰਸਿੱਧੀ ਹੋਈ? ਕਿਉਂਕਿ ਉਹ ਬੜਾ ਵਿਸਤਾਰਵਾਦੀ ਬਾਦਸ਼ਾਹ ਸੀ, ਬੜੀ ਦੂਰ ਦ੍ਰਿਸ਼ਟੀ ਦੇ ਨਾਲ ਸੋਚਦਾ ਸੀ। ਉਸਦੀ ਇਸੇ ਨੀਤੀ ਸਦਕਾ ਜਾਂ ਉਸ ਦੀਆਂ ਇਹਨਾਂ ਖੂਬੀਆਂ ਸਦਕਾ ਹੀ ਉਸ ਵੇਲੇ ਦੀਆਂ ਸਭ ਵਲਾਇਤਾਂ ਭਾਵ ਆਲੇ ਦੁਆਲੇ ਦੇ ਜੋ ਮੁਲਕ ਸਨ, ਉਹਨਾਂ ਨੇ ਉਸ ਦੀ ਅਧੀਨਗੀ ਸਵੀਕਾਰ ਕਰ ਲਈ। ਨੀਵੀਆਂ ਭਾਵ ਉਸ ਅੱਗੇ ਝੁਕ ਗਈਆਂ। ਕਿਉਂ? ਕੋਈ ਢੰਗ ਨਾ ਚੱਲੇ। ਕਿਉਂਕਿ ਕਿਸੇ ਵੀ ਢੰਗ ਦੇ ਨਾਲ, ਕਿਸੇ ਵੀ ਵਿਧੀ ਦੇ ਨਾਲ ਉਹ ਨਾਦਰ ਸ਼ਾਹ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਸਨ। ਸੱਦ ਬਹਾਏ ਉਸ ਉਮਰਾ ਵਿੱਚ ਬੈਠੇ ਗੱਲੇ। ਅਤੇ ਕਵੀ ਕਹਿ ਰਿਹਾ ਹੈ ਕਿ ਇੱਕ ਦਿਨ ਇਸ ਤਰ੍ਹਾਂ ਬਾਦਸ਼ਾਹਤ ਦੇ ਵਿਸਤਾਰ ਕਰਨ ਤੋਂ ਬਾਅਦ ਜੋ ਹੈ, ਇੱਕ ਦਿਨ ਨਾਦਰ ਸ਼ਾਹ ਨੇ ਆਪਣੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ। ਸੱਦ ਬਹਾਏ ਉਸ ਉਮਰਾ ਤੋਂ ਭਾਵ ਹੈ ਖਾਸ ਵਜ਼ੀਰ ਜਾਂ ਸੈਨਾਪਤੀ। ਉਹਨਾਂ ਨੂੰ ਸੱਦਿਆ, ਆਪਣੇ ਕੋਲ ਬਹਾਇਆ, ਵਿੱਚ ਬੈਠੇ ਗੱਲੇ। ਇੱਕ ਖਾਸ ਜਗ੍ਹਾ ਜਿਸ 'ਤੇ ਉਹ ਆਪਣੇ ਖਾਸ ਵਜ਼ੀਰਾਂ ਦੇ ਨਾਲ, ਦੀਵਾਨੇ ਖਾਸ ਕਹਿ ਸਕਦੇ ਹਾਂ, ਜਿੱਥੇ ਉਹ ਆਪਣਾ ਇੱਕ ਸਭਾ ਬੁਲਾਉਂਦਾ ਸੀ, ਉਸ ਸਭਾ ਦੇ ਵਿੱਚ ਬੈਠਾ। ਕੀ ਕਹਿ ਰਿਹਾ ਹੈ ਕਿ ਯਾਰੋ ਤੀਰ ਕਲੇਜੇ ਵਰਮ ਦਾ ਜਿਉਂ ਰਾਤੀ ਹੱਲੇ। ਆਪਣੇ ਦਿਲ ਦਾ ਇੱਕ ਭੇਦ ਆਪਣੇ ਉਮਰਾਵਾਂ ਦੇ ਨਾਲ, ਆਪਣੇ ਵਜ਼ੀਰਾਂ ਦੇ ਨਾਲ ਸਾਂਝਾ ਕਰਦਾ ਹੈ। ਉਹ ਭੇਦ ਕੀ ਹੈ? ਕਿ ਯਾਰੋ ਤੀਰ ਕਲੇਜੇ ਵਰਮ ਦਾ, ਕਿ ਮੇਰੇ ਕਾਲਜੇ ਦੇ ਵਿੱਚ ਇੱਕ ਅਜਿਹਾ ਜ਼ਖਮ ਹੈ, ਅਜਿਹਾ ਸੱਲ ਹੈ ਜੋ ਨਸੂਰ ਵਾਂਗ ਅੰਦਰੇ ਹੀ ਅੰਦਰ ਜੋ ਹੈ ਧੁਖ ਰਿਹਾ ਹੈ। ਦਿਉ ਰਾਤੀ ਹੱਲੇ, ਜਿਸ ਕਰਕੇ ਮੈਨੂੰ ਨਾ ਦਿਨੇ ਚੈਨ ਆਉਂਦਾ ਹੈ, ਨਾ ਰਾਤ ਨੂੰ ਨੀਂਦ ਆਉਂਦੀ ਹੈ। ਕਹਿਣ ਦਾ ਭਾਵ ਹੈ ਕਿ ਜਿਸ ਤਰ੍ਹਾਂ ਕੋਈ ਇਮਾਰਤ ਜੋ ਹੈ ਜਾਂ ਕੋਈ ਰੁੱਖ ਅੰਦਰ ਹੀ ਅੰਦਰ ਉਸਨੂੰ ਸਿਉਂਕ ਜਾਂ ਘੁਣ ਖਾ ਜਾਂਦਾ ਹੈ, ਬਾਹਰੋਂ ਉਹ ਸਹੀ ਸਲਾਮਤ ਨਜ਼ਰ ਆਉਂਦਾ ਹੈ, ਪਰ ਅੰਦਰੋਂ ਉਹ ਬਿਲਕੁਲ ਖੋਖਲਾ ਹੋ ਚੁੱਕਿਆ ਹੁੰਦਾ ਹੈ। ਠੀਕ ਉਸੇ ਤਰ੍ਹਾਂ ਕਵੀ ਕਹਿ ਰਿਹਾ ਹੈ ਕਿ ਨਾਦਰ ਸ਼ਾਹ ਆਪਣੇ ਵਜ਼ੀਰਾਂ ਨੂੰ ਕਹਿ ਰਿਹਾ ਹੈ ਕਿ ਤੀਰ ਕਲੇਜੇ ਵਰਮ ਦਾ, ਮੇਰੇ ਕਾਲਜੇ ਦੇ ਵਿੱਚ ਇੱਕ ਅਜਿਹਾ ਜ਼ਹਿਰੀਲਾ ਤੀਰ ਭਾਵ ਇੱਕ ਅਜਿਹੀ ਜ਼ਹਿਰੀਲੀ ਯਾਦ ਜੋ ਹੈ ਮੈਨੂੰ ਬੇਚੈਨ ਕਰਦੀ ਹੈ। ਕਿਹੜੀ? ਕਿ ਉਸ ਦੇ ਜੋ ਪੁਰਖੇ ਸਨ, ਉਹਨਾਂ ਦੇ ਉੱਤੇ ਮੁਗਲ ਬਾਦਸ਼ਾਹਾਂ ਦੇ ਪੁਰਖਿਆਂ ਨੇ ਹਮਲਾ ਕਰਕੇ ਉਹਨਾਂ ਨੂੰ ਆਪਣੀ ਈਨ ਮੰਨਣ ਦੇ ਲਈ ਮਜਬੂਰ ਕੀਤਾ ਸੀ। ਇਸ ਲਈ ਨਾਦਰ ਸ਼ਾਹ ਸੋਚਦਾ ਹੈ ਕਿ ਬੇਸ਼ੱਕ ਅੱਜ ਉਸਨੂੰ ਈਰਾਨ ਦੀ ਬਾਦਸ਼ਾਹਤ ਪ੍ਰਾਪਤ ਹੋ ਗਈ ਹੈ, ਪਰ ਉਸ ਦੇ ਕੁੱਲ ਦੇ ਉੱਤੇ ਜੋ ਇਹ ਕਲੰਕ ਹੈ, ਇਹ ਦਾਗ ਹੈ, ਉਸ ਦਾ ਉਹ ਬਦਲਾ ਹਰ ਹੀਲੇ ਲੈਣਾ ਚਾਹੁੰਦਾ ਹੈ। ਉਸ ਬਦਲੇ ਦੇ ਲਈ ਉਹ ਕਹਿ ਰਿਹਾ ਹੈ ਕਿ ਮੈਂ ਦਿੱਲੀ ਨੂੰ ਮਾਰਾਂ ਭੈਂ ਭੈਂ, ਵੱਢ ਸਿਰ ਧੜ ਗੱਲੇ। ਉਸ ਦੇ ਮਨ ਦੀ ਕੀ ਇੱਛਾ ਹੈ ਕਿ ਉਹ ਦਿੱਲੀ ਦੇ ਉੱਤੇ ਜੋ ਮੁਗਲ ਬਾਦਸ਼ਾਹ ਹੈ ਉਸ ਦੇ ਉੱਤੇ ਹਮਲਾ ਕਰ ਦੇਵੇ। ਮੈਂ ਦਿੱਲੀ ਨੂੰ ਮਾਰਾਂ ਭੈਂ ਭੈਂ, ਉਹ ਕਹਿ ਰਿਹਾ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਅਜਿਹਾ ਜ਼ਬਰਦਸਤ ਹਮਲਾ ਕਰਾਂ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ 'ਤੇ ਕਿ ਵੱਢ ਸਿਰ ਧੜ ਗੱਲੇ, ਕਿ ਇੰਨੀ ਜੋ ਹੈ ਇੱਕ ਤਰ੍ਹਾਂ ਤਰਥੱਲੀ ਮਚਾ ਦਿਆਂ, ਇੰਨਾ ਅਤਿਆਚਾਰ ਕਰਾਂ, ਜਿੰਨੀ ਵੀ ਜ਼ਿਆਦਾ ਮੈਂ ਕਰ ਸਕਾਂ, ਭਾਵ ਤਾਂ ਹੀ ਮੇਰੇ ਕਾਲਜੇ ਦਾ ਉਹ ਜੋ ਸੱਲ ਹੈ ਉਹ ਖਤਮ ਹੋ ਸਕਦਾ ਹੈ। ਕਿ ਦਿੱਲੀ ਦੇ ਉੱਤੇ ਬੜਾ ਹੀ ਬੇਕਿਰਕੀ ਦੇ ਨਾਲ ਹਮਲਾ ਕਰਕੇ, ਮਾਰ ਕਾਟ ਜਿੰਨੀ ਵੀ ਮਚਾਉਣੀ ਪਵੇ ਮਚਾ ਕੇ ਮੈਨੂੰ ਉੱਥੋਂ ਦੀ ਬਾਦਸ਼ਾਹੀ ਪ੍ਰਾਪਤ ਹੋਵੇ, ਪਰ ਤਖਤ ਲਈਏ ਤੇ ਕੁਲ ਤਰੇ।
ਕਵੀ ਕਹਿ ਰਿਹਾ ਹੈ ਕਿ ਇੱਕੋ ਹੀ ਹੁਣ ਮਨ ਦੀ ਰੀਝ ਹੈ ਕਿ ਦਿੱਲੀ ਦੀ ਬਾਦਸ਼ਾਹੀ ਪ੍ਰਾਪਤ ਕਰਨੀ ਹੈ। ਜੇਕਰ ਦਿੱਲੀ ਦਾ ਤਖਤ ਭਾਵ ਰਾਜ ਗੱਦੀ ਮਿਲ ਜਾਵੇ ਤਾਂ ਕੁੱਲ ਤਰੇ, ਤਾਂ ਹੀ ਮੇਰੀ ਕੁੱਲ ਦਾ ਨਾਮ ਜੋ ਹੈ ਦੁਨੀਆ 'ਤੇ ਰਹਿ ਸਕਦਾ ਹੈ, ਨਹੀਂ ਤਖਤੇ ਭਲੇ। ਇਸ ਨਾਲੋਂ ਤਾਂ ਮੈਦਾਨੇ ਜੰਗ ਦੇ ਵਿੱਚ ਲੜਦਿਆਂ ਹੋਇਆਂ ਤਖਤੇ ਭਾਵ ਸ਼ਹਾਦਤ ਪ੍ਰਾਪਤ ਕਰ ਜਾਣੀ, ਇੱਕ ਤਰ੍ਹਾਂ ਦੇ ਨਾਲ ਫਾਂਸੀ ਦੇ ਤਖਤੇ 'ਤੇ ਝੂਲ ਜਾਣਾ, ਉਹ ਵੀ ਚੰਗੀ ਗੱਲ ਹੈ। ਜੇਕਰ ਕਿਉਂਕਿ ਉਸ ਵੇਲੇ ਉਸਦੇ ਮਨ ਦਾ ਜੋ ਹੈ ਇੱਕੋ ਹੀ ਲਿਵ ਲੱਗੀ ਹੋਈ ਹੈ, ਦਿੱਲੀ ਦੀ ਬਾਦਸ਼ਾਹਤ। ਉਹ ਕਹਿ ਰਿਹਾ ਕਿ ਜਾਂ ਤਾਂ ਦਿੱਲੀ ਦੀ ਬਾਦਸ਼ਾਹਤ ਜਾਂ ਫਿਰ ਤਖਤਾਂ ਭਾਵ ਜੇਕਰ ਕੋਈ ਮੈਦਾਨੇ ਜੰਗ ਦੇ ਵਿੱਚ ਹਾਰ ਜਾਂਦਾ ਹੈ ਤਾਂ ਕੁਦਰਤੀ ਗੱਲ ਹੈ ਕਿ ਉਸਨੂੰ ਮੌਤ ਦਾ ਮੂੰਹ ਵੇਖਣਾ ਪਵੇਗਾ। ਸੋ ਉਹ ਕਹਿ ਰਿਹਾ ਹੈ ਕਿ ਜਾਂ ਤਾਂ ਮੈਦਾਨੇ ਜੰਗ ਦੇ ਵਿੱਚ ਮੈਂ ਤੜਥੱਲੀ ਮਚਾ ਕੇ, ਤਬਾਹੀ ਮਚਾ ਕੇ ਦਿੱਲੀ ਦੀ ਬਾਦਸ਼ਾਹਤ ਪ੍ਰਾਪਤ ਕਰ ਲਵਾਂ ਤਾਂ ਜੋ ਮੇਰਾ ਦੁਨੀਆ 'ਤੇ ਨਾਮ ਮੇਰੀ ਕੁੱਲ ਦਾ ਰਹਿ ਸਕੇ, ਜਾਂ ਫਿਰ ਜੇਕਰ ਮੈਂ ਹਾਰ ਜਾਵਾਂ ਅਤੇ ਹਾਰਨ ਤੋਂ ਬਾਅਦ ਜੋ ਹੈ ਮੈਦਾਨੇ ਜੰਗ ਦੇ ਵਿੱਚ ਕੁਦਰਤੀ ਗੱਲ ਹੈ ਜੋ ਹਾਰੇਗਾ ਉਸ ਦਾ ਵੰਸ਼ ਜੋ ਹੈ ਇੱਕ ਤਰ੍ਹਾਂ ਦੇ ਨਾਲ ਉਸਨੂੰ ਮੌਤ ਪ੍ਰਾਪਤ ਹੋਵੇਗੀ ਅਤੇ ਉਸ ਦਾ ਵੰਸ਼ ਜੋ ਹੈ ਸਦਾ ਦੇ ਲਈ ਇੱਕ ਤਰ੍ਹਾਂ ਦੇ ਨਾਲ ਦੁਨੀਆ ਤੋਂ ਖਤਮ ਵੀ ਹੋ ਸਕਦਾ ਹੈ। ਇਸ ਲਈ ਕਵੀ ਨੇ ਇੱਥੇ ਨਾਦਰ ਸ਼ਾਹ ਦੀ ਬਹਾਦਰੀ ਦਾ ਜ਼ਿਕਰ ਕੀਤਾ ਹੈ, ਭਾਵ ਜੋ ਉਸਦੇ ਮਨ ਦੇ ਵਿੱਚ ਜੋ ਗੱਲ ਹੈ ਉਸ ਦੇ ਲਈ ਉਹ ਆਪਣੇ ਪ੍ਰਾਣਾਂ ਦੀ ਬਾਜੀ ਲਾਉਣ ਦੇ ਲਈ ਵੀ ਤਿਆਰ ਹੈ, ਭਾਵ ਜਾਂ ਤਾਂ ਦਿੱਲੀ ਦੀ ਬਾਦਸ਼ਾਹਤ ਜਾਂ ਫਿਰ ਮੌਤ ਦਾ ਤਖਤਾ, ਇਹਨਾਂ ਦੋਹਾਂ ਦੇ ਵਿੱਚੋਂ ਇੱਕ ਜੋ ਹੈ ਉਸਨੇ ਹਰ ਹੀਲੇ ਪ੍ਰਾਪਤ ਕਰਨਾ ਹੈ, ਜਾਂ ਦਿੱਲੀ ਦੀ ਗੱਦੀ ਜਾਂ ਤਖਤਾ ਜਾਂ ਫਿਰ ਮੌਤ ਦਾ ਫਾਂਸੀ ਦਾ ਫੰਦਾ। ਇਸ ਨੂੰ ਆਪਣੇ ਪ੍ਰਾਣਾਂ ਦੀ ਵੀ ਪਰਵਾਹ ਨਹੀਂ ਹੈ, ਕੁਦਰਤੀ ਗੱਲ ਹੈ ਕਿਉਂਕਿ ਰਾਜ ਘਰਾਣੇ ਨਾਲ ਸੰਬੰਧਿਤ ਹੈ। ਬਾਦਸ਼ਾਹ ਜੋ ਪੁਰਾਣੇ ਸਨ ਉਹ ਮੈਦਾਨੇ ਜੰਗ ਦੇ ਵਿੱਚ ਖੁਦ ਪਹਿਲੀ ਜੋ ਲਾਈਨ ਸੀ ਉਸ ਦੇ ਵਿੱਚ ਖੜ੍ਹੇ ਹੋ ਕੇ ਲੜਦੇ ਸਨ, ਔਰ ਪਹਿਲੀ ਲਾਈਨ ਦੇ ਵਿੱਚ ਲੜਨ ਵਾਲਾ ਕੁਦਰਤੀ ਹੈ ਕਿ ਉਹ ਬਹਾਦਰ ਹੀ ਹੋ ਸਕਦਾ ਹੈ। ਉਹ ਬੜੀ ਬਹਾਦਰੀ ਦੇ ਨਾਲ ਜੋ ਹੈ ਉਸਨੇ ਆਪਣੀ ਵਿਉਂਤ ਜਾਂ ਆਪਣੇ ਮਨ ਦੀ ਗੱਲ ਆਪਣੇ ਉਮਰਾਵਾਂ ਨੂੰ ਦੱਸ ਦਿੱਤੀ ਹੈ ਕਿ ਇਸ ਤਰ੍ਹਾਂ ਉਸਦੀ ਜੋ ਹੈ ਭਵਿੱਖ ਦੇ ਲਈ ਕੀ ਸੋਚ ਹੈ ਜਾਂ ਕੀ ਨੀਤੀ ਹੈ ਉਸਦੀ, ਕਿ ਈਰਾਨ ਦੀ ਬਾਦਸ਼ਾਹਤ ਪ੍ਰਾਪਤ ਕਰਨ ਤੋਂ ਬਾਅਦ ਉਹ ਸੰਤੁਸ਼ਟ ਨਹੀਂ ਹੋਇਆ, ਸਗੋਂ ਉਸ ਤੋਂ ਬਾਅਦ ਉਹ ਸਿੱਧਾ ਦਿੱਲੀ ਦੇ ਤਖਤ ਨੂੰ ਪ੍ਰਾਪਤ ਕਰਨ ਦੇ ਲਈ ਮਨ ਹੀ ਮਨ ਸਕੀਮਾਂ ਬਣਾ ਰਿਹਾ ਹੈ ਅਤੇ ਇੱਕ ਤਰ੍ਹਾਂ ਦੇ ਨਾਲ ਆਪਣੇ ਉਮਰਾਵਾਂ ਦੇ ਨਾਲ ਉਹ ਸਕੀਮ ਸਾਂਝੀ ਕਰਕੇ ਉਸਨੇ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਹੈ ਕਿ ਉਹ ਮੈਦਾਨੇ ਜੰਗ ਦੇ ਲਈ ਜੂਝਣ ਦੇ ਲਈ ਜਾਂ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦੇਣ। ਧੰਨਵਾਦ।